ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਤੇ ਵੈਲਕਮ। ਮੇਰੇ ਹਨੀਵਾਲੀਆ ਵੱਲੋਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਦੋਸਤੋ। ਜਿੱਦਾਂ ਤੁਹਾਨੂੰ ਪਤਾ ਹੈ ਕਿ ਕਈ ਸਾਲਾਂ ਤੋਂ ਅਸੀਂ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ, ਅਲੱਗ-ਅਲੱਗ ਚੈਨਲਸ ਦੇ ਉੱਤੇ, ਅਲੱਗ-ਅਲੱਗ ਮਾਧਿਅਮ ਦੇ ਰਾਹੀਂ ਤੁਹਾਨੂੰ ਅਸੀਂ ਅਲੱਗ-ਅਲੱਗ ਪ੍ਰੋਗਰਾਮ, ਅਲੱਗ-ਅਲੱਗ ਬਿਜ਼ਨਸ, ਅਲੱਗ-ਅਲੱਗ ਇੰਡਸਟਰੀਜ਼ ਦੇ ਉੱਤੇ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਆ ਰਹੇ ਹਾਂ। ਤੇ ਇਹੀ ਕੋਸ਼ਿਸ਼ ਅਸੀਂ ਜਾਰੀ ਕੀਤੀ ਹੈ ਕੈਨੇਡਾ ਦੇ ਵਿੱਚ ਵੀ। ਕੈਨੇਡਾ ਐਲਬਰਟਾ ਸਟੇਟ ਦੇ ਵਿੱਚ ਐਡਮਿੰਟਨ ਤੋਂ ਅਸੀਂ ਇਹ ਪ੍ਰੋਗਰਾਮ ਤੁਹਾਡੇ ਰੂਬਰੂ ਕਰਨ ਲੱਗੇ ਹਾਂ। ਇਹਦੇ ਵਿੱਚ ਅਸੀਂ ਤੁਹਾਨੂੰ ਅਲੱਗ-ਅਲੱਗ ਬਿਜ਼ਨਸ, ਖਾਸ ਕਰਕੇ ਜਿੱਦਾਂ ਇਮੀਗ੍ਰੇਸ਼ਨ ਦੇ ਰਿਲੇਟਡ ਗੱਲਬਾਤ ਹੁੰਦੀ ਹੈ, ਪ੍ਰੋਪਰਟੀ ਦੇ ਰਿਲੇਟਡ ਗੱਲਬਾਤ ਹੁੰਦੀ ਹੈ, ਕਿਸੇ ਵੀ ਰਿਲੇਟਡ ਤੁਹਾਨੂੰ ਹੈਲਥ ਕੇਅਰ ਦੇ ਰਿਲੇਟਡ, ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀਆਂ ਗੱਲਾਂ ਬਾਤਾਂ, ਬੱਚਿਆਂ ਦੀਆਂ ਗੱਲਾਂ ਬਾਤਾਂ, ਕਿਸੇ ਵੀ ਬਿਜ਼ਨਸ, ਕਿਸੇ ਵੀ ਕੰਮਕਾਜ, ਕਿਸੇ ਵੀ ਐਂਟਰਟੇਨਮੈਂਟ, ਕਾਮੇਡੀ, ਅਲੱਗ-ਅਲੱਗ ਤੁਹਾਨੂੰ ਜਿਹੜੇ ਹੈਗੇ ਨੇ ਪ੍ਰੋਗਰਾਮ ਅਸੀਂ ਇਹ ਸਾਡੇ YouTube ਤੇ Facebook ਚੈਨਲ ਦੇ ਜ਼ਰੀਏ ਤੁਹਾਡੇ ਰੂਬਰੂ ਕਰਦੇ ਰਵਾਂਗੇ। ਅੱਜ ਜਿਹੜਾ ਇਹ ਪ੍ਰੋਗਰਾਮ ਹੈ, ਜਿਹੜਾ ਸਾਡਾ ਸੱਤ ਸਮੁੰਦਰੋਂ ਪਾਰ ਹੈ, ਤੁਹਾਨੂੰ ਪਤਾ ਹੈ ਕਿ ਇਹ ਕਾਫੀ ਸਾਲਾਂ ਤੋਂ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ। ਇਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਇਮੀਗ੍ਰੇਸ਼ਨ ਦੇ ਰਿਲੇਟਡ ਸਾਰੀਆਂ ਉਹਨਾਂ ਵੀਜ਼ਾਸ ਦੇ ਉੱਤੇ, ਉਹਨਾਂ ਐਕਸਪਰਟਸ ਦੇ ਉੱਤੇ, ਕਿਉਂਕਿ ਕਿਹਾ ਜਾਂਦਾ ਕਿ ਗੁਰੂ ਬਿਨਾਂ ਗੱਤ ਨਹੀਂ। ਮਤਲਬ ਇਹ ਹੈ ਵੀ ਕੋਈ ਵੀ ਕੰਮ ਕਰਨਾ ਹੁੰਦਾ ਉਹਦੇ ਲਈ ਸਾਨੂੰ ਕਿਸੇ ਨਾ ਕਿਸੇ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ। ਅੱਜ ਅਸੀਂ ਕੁਝ ਚੁਣਿੰਦਾ ਜਿਹੜੇ ਐਕਸਪਰਟਸ ਦੇ ਵਿੱਚੋਂ ਅੱਜ ਅਸੀਂ ਇਨਵਾਈਟ ਕੀਤਾ ਹੈ ਮਿਸਟਰ ਰਾਜੀਵ ਸ਼ਰਮਾ ਜੀ ਨੂੰ, ਜਿਹੜੇ ਕਿ ਸਾਈ ਕੈਨੇਡਾ ਇਮੀਗ੍ਰੇਸ਼ਨ ਤੋਂ ਨੇ। ਤਾਂ राजीव जी, आपका बहुत बहुत वेलकम, बहुत बहुत स्वागत। नमस्कार। नमस्कार। तो राजीव जी के बारे में बता देना चाहता हूँ कि ये साई कनाडा इमिग्रेशन को रिप्रेजेंट करते हैं और ये इन्हों का जोड़ा एक ICCRC मैंबर ने, उस तो बाद कैपिक के भी मैंबर ने, ICEF के मैंबर ने, RCIC ਜਿਹੜੇ ਲਾਇਸੈਂਸਡ, ਜਿਹੜੇ ਆਪਾਂ ਕਹਿ ਦਿੰਦੇ ਵੀ ਲਾਇਸੈਂਸ ਕੰਸਲਟੈਂਟ ਨੇ। ਇਹਨਾਂ ਦੀ ਜ਼ੁਬਾਨੀ ਸੁਣਾਂਗੇ ਕਿ ਸਾਈ ਕੈਨੇਡਾ ਇਮੀਗ੍ਰੇਸ਼ਨ ਕੀ ਹੈ, ਕੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ, ਕਿੰਨੇ ਸਾਲ ਤੋਂ ਸਾਡੇ ਜਿਹੜੇ ਵਿਊਅਰਸ ਨੇ, ਸਾਡੇ ਜਿਹੜੇ ਲੋਕਾਂ ਦੇ ਲਈ ਅਲੱਗ-ਅਲੱਗ ਵੀਜ਼ਾਸ ਦੇ ਵਿੱਚ ਹੈਲਪ ਕਰਦੀ ਆ ਰਹੀ ਹੈ। ਤਾਂ ਰਾਜੀਵ ਜੀ, ਥੋੜਾ ਜਿਹਾ ਆਪਾਂ ਸਾਨੂੰ ਸਾਈ ਕੈਨੇਡਾ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਜਾਣਕਾਰੀ ਦਿਓ। सबसे पहले तो आपके दर्शकों को, सात समुंदर पार के दर्शकों को राजीव शर्मा का बहुत बहुत नमस्कार जी। और मेरा नाम राजीव शर्मा, मैं RCIC का मतलब होता है रजिस्टर्ड कैनेडियन इमिग्रेशन कंसल्टेंट जी। तो हम लोगों को लाइसेंस लेना होता है जिससे हम जनता की, पब्लिक की जो भी उनकी रिक्वायरमेंट है वो फुलफ़िल कर सकें जी। तो ICCRC जो है ये हमारी अम्ब्रेला अथॉरिटी है। तो जी। उसमें हमारी मेंबरशिप का मतलब है कि हम लोग गवर्नमेंट के आगे, यानी कि जो भी आपकी फाइलिंग करेंगे, प्रोसेसिंग करेंगे, जो भी कंसल्टिंग करेंगे, वो हम प्रॉपरली जा सकें, लीगली जा सकें। ठीक है जी। तो आपका जो पेपर वर्क है जैसे, तो वो पेपर वर्क हमने फिल करना है। ठीक है। और आपका अगर कोई भी काम है इमिग्रेशन से रिलेटेड या वीज़ा से रिलेटेड या परमिट से रिलेटेड, वो हम बखूबी कर सकते हैं जी। कौन मतलब कि ਕਿਹੜੇ ਜਿਹੜੇ ਵੀਜ਼ਾਸ ਦੇ ਵਿੱਚ ਤੁਸੀਂ ਐਕਸਪਰਟ ਹੋ, ਜਿਹੜੇ ਸਾਈ ਓਵਰਸੀਜ਼ ਜ਼ਿਆਦਾਤਰ ਡੀਲ ਕਰਦੀ? ਕਿਉਂਕਿ ਮੈਂ ਦੇਖਿਆ ਕਾਫੀ ਕੋਈ ਅਲੱਗ ਕੋਈ LMI ਦੇ ਵਿੱਚ ਐਕਸਪੀਰੀਅੰਸ ਹੁੰਦਾ ਉਹਨਾਂ ਦਾ, ਉਹਦੇ ਤੇ ਜ਼ਿਆਦਾ ਵਰਕ ਕਰਦੇ ਨੇ, ਕੋਈ ਸਟੂਡੈਂਟ ਤੇ ਵਰਕ ਕਰਦੇ ਨੇ। ਤੁਹਾਡੀ ਜਿਹੜੀ ਕੰਪਨੀ ਹੈਗੀ ਕਿਹੜੀ ਸੇਵਾਵਾਂ ਬਖੂਬੀ ਨਿਭਾਉਂਦੀ ਹੈ? बिल्कुल, साई कनाडा इमिग्रेशन सारे ही सेक्टर्स में, यानी कि स्टूडेंट, विजिटर्स, वर्क परमिट, SINP, AINP, एक्सप्रेस एंट्री, और अभी हम लोग इन्वेस्टर वीज़ास पे भी बहुत कुछ काम कर रहे हैं। ਓਕੇ। ਤੇ ਥੋੜਾ ਜਿਹਾ ਮੈਨੂੰ ਆਫਿਸਿਸ ਦੇ ਉੱਤੇ ਦੱਸੋਗੇ, ਤੁਹਾਡੇ ਆਫਿਸ ਕਿੱਥੇ ਹੈਗੇ ਨੇ ਜਿੱਥੋਂ ਸਾਡੇ ਦਰਸ਼ਕ ਨੇ ਜਿਹੜੀ ਤੁਹਾਡੀ ਸੇਵਾਵਾਂ ਲੈ ਸਕਦੇ ਨੇ? हमारे अभी कनाडा में जो ऑपरेशनल ऑफिस हैं वो दो हैं। एक सस्काटून के अंदर है जहाँ पर हमारे 5 बंदे काम करते हैं, और एक एडमिंटन के अंदर है जिसमें 6 कर रहे हैं। अभी नई लोकेशन एडमिंटन में एक और आ रही है और वो ऑपरेशन हो जाएगी आपकी 1 जून से। ਜੀ ਬਿਲਕੁਲ। ਤਾਂ ਦੋਸਤੋ, ਸਾਡਾ ਸੱਤ ਸਮੁੰਦਰੋਂ ਪਾਰ ਜਿਹੜਾ ਪ੍ਰੋਗਰਾਮ ਹੈਗਾ, ਇਹਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਜ਼ਾਸ ਦੇ ਆਧਾਰਿਤ, ਕਿਉਂਕਿ ਸਾਡੇ ਦਰਸ਼ਕ ਨੇ, ਕਾਫੀ ਦਰਸ਼ਕ ਇੱਥੇ ਆਏ ਹੋਏ ਨੇ, ਕਾਫੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣਾ ਚਾਹੁੰਦੇ ਆ, ਮਾਂ-ਬਾਪ ਨੂੰ ਬੁਲਾਉਣਾ ਚਾਹੁੰਦੇ ਨੇ, ਜਾਂ ਪੱਕੇ ਹੋਣਾ ਚਾਹੁੰਦੇ ਨੇ, ਜਾਂ ਵਰਕ ਪਰਮਿਟ ਲੈਣਾ ਚਾਹੁੰਦੇ ਨੇ। ਜਿੱਦਾਂ ਸਰ ਨੇ ਦੱਸਿਆ, ਕੋਈ ਐਕਸਪ੍ਰੈਸ ਐਂਟਰੀ ਦੇ ਵਿੱਚ ਆਉਣਾ ਚਾਹੁੰਦਾ, ਅਲੱਗ-ਅਲੱਗ ਵੀਜ਼ਾਸ ਦੇ ਉੱਤੇ ਜਿਹੜੀ ਗੱਲਬਾਤ ਹੁੰਦੀ ਹੈ। ਲੇਕਿਨ ਇੱਕ ਸਵਾਲ ਸਰ ਜ਼ਰੂਰ ਉੱਠਦਾ ਹੈ, ਅਸੀਂ ਜਿਹੜਾ ਕਹਿੰਦੇ ਵੀ ਜਿਹੜੇ ਲੋਕੀ ਉਰੇ ਵਿਦੇਸ਼ ਦੇ ਵਿੱਚ ਆ ਗਏ ਨੇ, ਵਿਦੇਸ਼ ਦੇ ਵਿੱਚ ਆਉਣ ਤੋਂ ਬਾਅਦ ਇੱਕ ਬੰਦੇ ਨੂੰ ਐਕਸਪੀਰੀਅੰਸ ਹੋ ਜਾਂਦਾ ਵੀ ਮੈਂ ਜਦੋਂ ਆਪਣੀ ਫਾਈਲ ਲਗਾਈ ਸੀਗੀ ਮੈਂ ਤਾਂ ਆਪ ਲਗਾਤੀ ਸੀ। ਲੋਕਾਂ ਦੀ ਇਹ ਕਹਾਵਤ ਹੁੰਦੀ ਹੈ ਵੀ ਮੈਨੂੰ ਇੱਕ ਐਕਸਪਰਟ ਦੀ ਕਿਉਂ ਜ਼ਰੂਰਤ ਹੈ ਜਦੋਂ ਮੈਂ ਫਾਈਲ ਲਗਾਣੀ, ਵੀ ਮੈਂ ਉਹਨੂੰ ਪੈਸਾ ਕਿਉਂ ਦੇਵਾਂ। ਕਾਫੀ ਲੋਕ ਇਸ ਭੁਲੇਖੇ ਦੇ ਵਿੱਚ ਹੁੰਦੇ ਨੇ ਵੀ ਚਲੋ ਫਾਈਲ ਲਗਾਣੀ, ਆਨਲਾਈਨ ਕਾਗਜ਼ ਚੈੱਕ ਕੀਤਾ, ਸਬਮਿਟ ਕੀਤਾ, ਅਪਲਾਈ ਕੀਤਾ। ਲੇਕਿਨ ਇੱਕ ਜਿਹੜਾ ਕੰਸਲਟੈਂਟ ਹੈ, ਇੱਕ ਕੁਆਲੀਫਾਈਡ ਕੰਸਲਟੈਂਟ ਹੈ, ਕੁਆਲੀਫਿਕੇਸ਼ਨ ਲੈ ਕੇ ਤੁਸੀਂ ਬਣੇ ਹੋ, ਇੱਕ ਕੁਆਲੀਫਾਈਡ ਕੰਸਲਟੈंट ਦੀ ਜ਼ਰੂरत क्यों होती है? एक बिल्कुल, क्योंकि इमिग्रेशन एक ऐसा मैटर है कि आप अपनी मनी लगाते हो, टाइम लगाते हो,
और ओवर अ पीरियड ऑफ टाइम यानी कि 4-5 महीने के बाद आपका जब रिजल्ट आता है, अगर वो नेगेटिव आ जाता है तो यू लूज़ योर टाइम, यू लूज़ योर मनी, तो वो नहीं होना चाहिए जी। और छोटी छोटी गलतियां कर जाते हैं। कभी कभी क्या होता है कि क्लाइंट्स जो हैं वो अपना एक्सपीरियंस नहीं शो किया, या कहीं से उनका रिफ्यूज़ल आया है वो शो नहीं किया, और फिर जब वो एक्सेस होता है तो आजकल जो CIC है, जो कि हमारी IRCC भी बोलते हैं उसको जी, तो वो उसने आर्टिफिशियल इंटेलिजेंस सॉफ्टवेयर लगा दिया है। तो पहले 2 दिन में 3 दिन में वो ऑटोमेटिक जो एप्लीकेशन कंप्यूटर ही उसको स्कैन कर लेता है, और स्कैन करने के बाद कोई भी अगर ऐसी इंफॉर्मेशन है जो नहीं डिस्क्लोज की तो वो अंडर मिस रिप्रेजेंटेशन आ जाता है जी। और मिस रिप्रेजेंटेशन का मतलब ये है कि आपको रिफ्यूजल तो आना ही आना है, आपकी मनी खराब हुई, टाइम खराब हुई, साथ में 5 साल का बैन भी लग जाता है। ਉਹ ਇਹਦਾ ਮਤਲਬ ਵੀ ਜਿਵੇਂ ਕਿਉਂਕਿ ਕਾਫੀ ਫਾਰਮਸ ਭਰਨੇ ਹੁੰਦੇ ਨੇ ਦੋਸਤੋ, ਉਹੀ ਬਾਰ-ਬਾਰ ਉਹੀ ਗੱਲ ਹੁੰਦੀ ਵੀ ਜਦੋਂ ਸਾਨੂੰ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ, ਥੋੜੇ ਜਿਹੇ ਪੈਸੇ ਪਿੱਛੇ ਅਸੀਂ ਆਪਣਾ ਜਿਹੜਾ ਹੈਗਾ ਬਚਾਉਣ ਦੇ ਚੱਕਰਾਂ 'ਚ ਅਸੀਂ ਆਪਣਾ ਨੁਕਸਾਨ ਕਰਾ ਬੈਠਦੇ ਹਾਂ, ਕਿਉਂਕਿ ਇੱਕ ਐਕਸਪਰਟ ਤੋਂ ਹੀ ਜਿਹੜਾ ਸਾਨੂੰ ਕੰਮ ਕਰਵਾਉਣਾ ਚਾਹੀਦਾ ਉਹ ਇੱਕ ਬੈਟਰ ਆਪਸ਼ਨ ਹੁੰਦੀਆਂ ਨੇ। ਅੱਛਾ ਸਰ, ਜਿਹੜੀਆਂ ਹੁਣ ਅੱਜ ਦੇ ਅਗਰ ਆਪਾਂ ਗੱਲ ਕਰੀਏ, ਅੱਜ ਦੇ ਟਾਈਮ ਦੀ ਗੱਲ ਕਰੀਏ, ਕਿਹਨਾਂ ਵੀਜ਼ਾਸ ਦੇ ਉੱਤੇ ਜਿਹੜੀ ਹੈਗੀ ਹੈ ਜ਼ਿਆਦਾ ਡਿਮਾਂਡਿੰਗ, ਮਤਲਬ ਕਿ ਜਿਹੜੇ ਲੋਕੀ ਹੈਗੇ ਨੇ ਜਿਹੜੇ ਕਿਉਂਕਿ ਉਰੇ ਆ ਜਾਂਦੇ ਨੇ, ਹੁਣ ਉਹ ਆ ਕੇ ਦੇਖਦੇ ਨੇ ਕਾਫੀ, ਕੋਈ ਲੋਕੀ ਸਟੂਡੈਂਟਸ ਤੇ ਵੀ ਅਪਲਾਈ ਕਰਦੇ ਨੇ, ਕਈ ਸਟੂਡੈਂਟ ਤੋਂ ਬਾਅਦ ਉਹਨਾਂ ਨੇ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਹੁੰਦਾ, ਉਸ ਤੋਂ ਬਾਅਦ ਉਹਨਾਂ ਨੇ PR ਅਪਲਾਈ ਕਰਨੀ ਹੁੰਦੀ ਹੈ। ਜਿਹੜਾ ਹਾਈਲੀ ਡਿਮਾਂਡ ਜਿਹੜਾ ਵੀਜ਼ਾ ਹੈਗਾ ਇੱਥੇ ਦੇ ਲੋਕਾਂ ਦੇ ਲਈ ਕਿਹੜਾ ਹੈਗਾ? देखिए जी, एक चीज़ तो बिल्कुल क्लियर है कि जो भी कोई वीज़ा लगाता है, कोई सा भी वीज़ा लगाए, वो चाहे विजिटर लगाए, वो चाहे स्टूडेंट लगाए, वो चाहे वर्क परमिट लगाए, उसका जो एंड ऑब्जेक्टिव है, जो गोल है, वो PR है, परमानेंट रेजिडेंसी लेना है। राइट, बिल्कुल। और कभी कभी क्या होता है कि क्योंकि एक अच्छा एक्सपर्ट उनकी साइट पे नहीं है, वो कहीं से गाइडेंस नहीं ले पा रहे, तो वो क्या करते हैं, स्टूडेंट लगा देते हैं। उन्होंने ओंटारियो में लगा दिया, उन्होंने BC में लगा दिया, ज़्यादातर इधर ही जा रहे हैं। ਮਾਫੀ ਚਾਹੁੰਦਾ ਤੁਹਾਨੂੰ ਕੱਢਦਾ ਇਹਦੇ ਵਿੱਚ, ਮੈਂ ਇਹ ਵੀ ਸਰ ਦੇਖਦਾ ਵੀ ਕਈਆਂ ਦੇ ਜਿੱਦਾਂ ਰਿਲੇਟਿਵ ਹੁੰਦੇ ਨੇ ਉਰੇ ਬੈਠੇ ਹੁੰਦੇ ਨੇ, ਉਹ ਬੱਚਿਆਂ ਨੂੰ ਗਾਈਡ ਕਰਦੇ ਰਹਿੰਦੇ ਵੀ ਮੈਂ ਅੱਜ ਤੋਂ 15 ਸਾਲ ਪਹਿਲਾਂ ਆਇਆ ਸੀ, ਮੈਂ ਤਾਂ ਇਸ ਢੰਗ ਦੇ ਨਾਲ ਆਇਆ ਸੀ ਕਿ ਇੱਦਾਂ ਸੈਟਲ ਹੋ ਜਾਾਂਗੇ, ਲੇਕਿਨ ਉਹ ਹੁਣ ਸਿਨੈਰੀਓ ਚੇਂਜ ਹੋ ਚੁੱਕਿਆ ਹੈ। ਬਿਲਕੁਲ। ਤੇ ਉਹ ਚੀਜ਼ਾਂ ਇਹਦੇ ਵਿੱਚ ਜਿੱਦਾਂ ਵੀ ਹੁਣ ਤੁਸੀਂ ਕਹਿ ਰਹੇ ਸੀਗੇ ਵੀ ਬੰਦਾ ਸਟੂਡੈਂਟ ਲਗਾ ਦਿੰਦਾ ਜਾਂ ਗਲਤ ਗਾਈਡੈਂਸ ਦੇ ਵਿੱਚ ਫਸ ਜਾਂਦਾ ਹੈ ਬੰਦਾ। होता क्या है कि देखिए, जो इमिग्रेशन लॉ है ना, हर साल, हर तीसरे साल, हर दूसरे साल चेंजेस आते हैं। और चेंजेस ऐसे आते हैं कि भाई अभी अल्बर्टा के अंदर जो स्टूडेंट था, पहले कहीं का भी स्टूडेंट फाइल कर लेता था एप्लीकेशन, ANP लगा लेता था, PR हो जाता था, अब नहीं लगा सकता। क्यों नहीं लगा सकता? ANP जो आपकी प्रोविंशियल गवर्नमेंट है, उसने रूल चेंज कर दिए कि भाई अगर आपने अल्बर्टा से फाइल लगानी है तो भाई आप यहीं से पढ़े हो और जो कोर्स आपने किया है उसी से रिलेटेड आपकी जॉब होनी चाहिए, एंड देन आफ्टर 6 मंथ्स यू कैन फाइल। ठीक है, तो अब ये स्टूडेंट्स को नहीं पता। इसी तरीके से जो BC में काफ़ी स्टूडेंट जाते हैं ब्रिटिश कोलंबिया में, तो वहाँ पर अभी अगर आपने फाइल लगानी है तो BC PNP में जाना होता है, जो कि प्रोविंशियल नॉमिनी प्रोग्राम होता है जी। तो अगर उसमें जाते हैं तो फिर वो पूल में जाते हैं, आफ्टर डूइंग द जॉब, आफ्टर गेटिंग द एजुकेशन, आफ्टर गेटिंग द क्रेडेंशियल्स, तो पूल में जाते हैं। और पूल में जो है वो स्टूडेंट जिनके पॉइंट्स कम रह जाते हैं वो फिर क्वालिफाई नहीं करते। फिर अल्टीमेटली क्या होता है, मनी भी वेस्ट हुई, टाइम भी वेस्ट हुआ, फिर अल्टीमेटली वो फिर सस्कैचुअन में, मैनीटोबा में, अल्बर्टा में अलग अलग जगह एम्प्लॉयर के धक्के खाते हैं। ਜੀ ਬਿਲਕੁਲ। ਕੁਛ ਇਹ ਵੀ ਸੁਣਨ ਨੂੰ ਆਉਂਦਾ ਹੈ ਵੀ ਜਦੋਂ ਇੱਕ ਸਟੂਡੈਂਟ ਹੈ, ਜਦੋਂ ਇੰਡੀਆ ਤੋਂ ਆਉਂਦਾ ਹੈ ਜਾਂ ਬੱਚਾ ਇੱਥੇ ਪਹਿਲਾਂ ਪੜ੍ਹਾਈ ਕਰਦਾ ਹੈ ਜਾਂ BC ਦੇ ਵਿੱਚ ਕਰਦਾ ਜਾਂ ਟੋਰਾਂਟੋ ਦੇ ਵਿੱਚ ਕਰਦਾ, ਕਿਤੇ ਵੀ ਕਰਦਾ, ਉਸ ਤੋਂ ਜਦੋਂ ਉਹਨੂੰ ਉੱਥੇ PR ਦੇ ਉਹਦੇ ਪੁਆਇੰਟਸ ਨਹੀਂ ਬਣ ਪਾਉਂਦੇ, ਉਹ ਸਟੇਟਸ ਚੇਂਜ ਕਰਨ ਦੀ ਕੋਸ਼ਿਸ਼ ਕਰਦਾ। ਕੀ ਇਹ ਇੱਕ ਬੈਨੀਫੀਸ਼ੀਅਲ ਹੁੰਦਾ ਹੈ ਕਿ ਇੱਕ ਇੱਦਾਂ ਹੀ ਭਰਮ ਹੈ ਵੀ ਹਾਂ ਉਹ ਸਟੇਟ ਚੇਂਜ ਕਰਨ ਦੇ ਨਾਲ ਉਹਨੂੰ ਸ਼ਾਇਦ ਵਰਕ ਪਰਮਿਟ ਮਿਲ ਜਾਏਗਾ ਤੇ PR ਉਹਨੂੰ ਮਿਲ ਜਾਏਗੀ? ਕੁਛ ਇੱਦਾਂ ਦੀਆਂ ਖਾਸ ਸਟੇਟਸ ਹੁੰਦੀਆਂ ਨੇ ਬੱਚਿਆਂ ਦੇ ਲਈ? बिल्कुल। अभी क्या हो गया, देखिए PR लेने के 2 तरीके हैं। या तो आप अगर स्टूडेंट आ रहे हैं, वैसे तरीके तो बहुत सारे हैं जी। तो अगर आप एज ए स्टूडेंट आ रहे हैं तो या तो आप PNP लगाओगे, तो PNP बेसिकली वो स्टूडेंट लगाते हैं जो जस्ट ग्रेड 12 के बाद यहाँ पर 1 साल का सर्टिफिकेट या 2 साल का डिप्लोमा या 3 साल या 4 साल की डिग्री कर लेते हैं जी। ठीक है ना? तो अब ये जो उनका जो कोर्स किया है, तो बेसिकली अगर आपने PR लेनी है BC से जी, तो फिर BC के हिसाब से ही आप करें, और पहले ही चेक कर लें कि आफ्टर गेटिंग ऑल योर क्वालिफिकेशन, जो आपकी पढ़ाई है करने के बाद, विल यू बी एलिजिबल और नॉट, कि भाई आप एलिजिबल हो पाओगे नहीं हो पाओगे जी। तो अभी BC में बहुत टफ सिनेरियो चल रहा है। अल्बर्टा भी बढ़िया। अल्बर्टा में क्या होता है कि अगर आपने 1 साल का डिप्लोमा किया तो 1 साल का वर्क परमिट मिल जाएगा जी। और डिप्लोमा जो पढ़ाई आपने करनी है वो कम्युनिटी कॉलेज से करनी है, गवर्नमेंट यूनिवर्सिटी या गवर्नमेंट कॉलेज से करनी है। प्राइवेट कॉलेज से आपको PGWP यानी कि पोस्ट ग्रेजुएट वर्क परमिट नहीं मिलता। बिल्कुल। तो इस चीज़ का भी ध्यान रखना है।
और फिर अगर आप अल्बर्टा से करते हो तो फिर अल्बर्टा में ही आपने फाइल लगानी होती है जनरल केस में। जब आप आए हो और आपने ग्रेजुएशन करने के बाद यहाँ पर स्टूडेंट बने हो, यानी कि 1 साल 2 साल 3 साल जो भी पढ़ाई की है जी, फिर आपकी एक ऑप्शन और खुलती है विच इज कॉल्ड CEC, कैनेडियन एक्सपीरियंस क्लास। आप डायरेक्टली आप डायरेक्टली PR लगा सकते हैं बेस्ड अपॉन योर पॉइंट्स। जैसे कि एक्सप्रेस एंट्री है, उसमें 3 डिवीजन होता है, FSW फेडरल स्किल वर्कर, स्किल ट्रेड और CEC। तो स्टूडेंट CEC के लिए भी क्वालिफाई कर जाते हैं अगर उनके ਪॉइंट्स अच्छे बनते हैं। ਤਾਂ ਮੈਨੂੰ ਲੱਗਦਾ ਵੀ ਇਹ ਪੁਆਇੰਟਸ ਲੋਕਾਂ ਨੂੰ ਜਿਹੜਾ CEC ਦੀ ਹੈਗੀ ਹੈ, ਲੋਕਾਂ ਨੂੰ ਨਹੀਂ ਨੌਲੇਜ ਹੁੰਦੀ, ਉਹ ਟੈਕਨੀਕਲੀ ਉਹਨਾਂ ਚੀਜ਼ਾਂ ਨੂੰ ਨਹੀਂ ਡੀਪਲੀ ਮਤਲਬ ਕਿ ਪਤਾ ਹੁੰਦਾ। ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਸਟੱਡੀ ਕੀਤੀ, ਵਰਕ ਪਰਮਿਟ ਲਿੱਤਾ ਤੇ ਸ਼ਾਇਦ ਫਿਰ PR ਦੇ ਉੱਤੇ ਲਾਵਾਂਗੇ। ਲੇਕਿਨ ਇਸੇ ਲਈ ਦੋਸਤੋ ਸਾਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਕਿ ਤੁਹਾਨੂੰ ਇੱਕ ਅਲੱਗ-ਅਲੱਗ ਆਪਸ਼ਨਸ ਦੇ ਸਕਦੇ ਨੇ। ਅਸੀਂ ਜ਼ਰੂਰ ਕਹਿੰਦੇ ਹਾਂ ਕਿ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਦੇ ਰਿਲੇਟਡ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਜੀਵ ਸ਼ਰਮਾ ਜੀ ਨੂੰ ਆਪਣੇ ਇਸ ਪਲੇਟਫਾਰਮ ਦੇ ਰਾਹੀਂ ਬੁਲਾਉਂਦੇ ਰਹੀਏ। ਇਹਨਾਂ ਦਾ ਕਿਉਂਕਿ ਕੀਮਤੀ ਸਮਾਂ ਹੈਗਾ, ਅਸੀਂ ਰਿਕੁਐਸਟ ਕਰਦੇ ਰਹਾਂਗੇ ਕਿ ਹਫਤੇ ਦੇ ਵਿੱਚ 1 ਜਾਂ 2 ਦਫਾ ਤੁਹਾਡੇ ਰੂਬਰੂ ਹੁੰਦੇ ਰਹਿਣ ਤਾਂ ਕਿ ਤੁਹਾਨੂੰ ਇੱਕ ਵੀਜ਼ਾ ਦੇ ਰਿਲੇਟਡ ਕੋਈ ਵੀ ਜਾਣਕਾਰੀ ਮਿਲਦੀ ਰਹੇ। ਤੁਹਾਨੂੰ ਕਿਸੇ ਵੀ ਵੀਜ਼ਾ ਦੇ ਰਿਲੇਟਡ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ। ਸਾਡੇ YouTube ਚੈਨਲ ਹਨੀ ਵਾਲੀਆ ਸ਼ੋਜ਼ ਨੂੰ ਤੁਸੀਂ ਜਿਹੜਾ ਉਹਦਾ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਕਿ ਤੁਸੀਂ ਸਾਡੇ ਜਿਹੜੇ ਲੇਟੈਸਟ ਸ਼ੋਜ਼ ਨੇ ਉਹਨਾਂ ਨੂੰ ਦੇਖ ਸਕਦੇ ਹੋ। Facebook ਪੇਜ ਤੁਸੀਂ ਸਾਡਾ ਲਾਈਕ ਕਰ ਸਕਦੇ ਹੋ ਹਨੀ ਵਾਲੀਆ ਸ਼ੋਜ਼ ਦੇ ਨਾਮ ਦੇ। ਸਾਡਾ ਕਿਉਂਕਿ 7 ਸਮੁੰਦਰੋਂ ਪਾਰ ਜਿਹੜਾ ਸ਼ੋਅ ਹੈਗਾ ਇਹ ਸਿਰਫ ਸਟੂਡੈਂਟ ਵੀਜ਼ਾ ਇਮੀਗ੍ਰੇਸ਼ਨ ਦੇ ਰਿਲੇਟਡ, ਸਿਰਫ ਸਟੂਡੈਂਟ ਵੀਜ਼ਾ ਹੀ ਨਹੀਂ, ਇਮੀਗ੍ਰੇਸ਼ਨ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੇ ਬਾਰੇ ਵਿੱਚ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਉਹਦੇ ਉੱਤੇ ਗੱਲ ਅਸੀਂ ਕਰਦੇ ਰਹਾਂਗੇ। ਅੱਛਾ ਸਰ, ਇੱਕ ਹੁੰਦਾ ਕਿ ਬੱਚਿਆਂ ਨੇ ਜਦੋਂ ਵਰਕ ਸਟੂਡੈਂਟ ਖਤਮ ਹੋ ਗਿਆ, ਜਿਹੜੇ ਬੱਚੇ ਉਰੇ ਸਟੂਡੈਂਟ ਕੰਪਲੀਟ ਕਰਨ ਤੋਂ ਬਾਅਦ ਵਰਕ ਪਰਮਿਟ ਦੇ ਪਿੱਛੇ ਭੱਜਦੇ ਨੇ, ਜਿਹਨੂੰ ਅਸੀਂ LMI ਵੀ ਕਹਿ ਦਿੰਦੇ ਹਾਂ, ਉੱਥੇ ਵਰਕ ਪਰਮਿਟ ਦਾ ਕੀ ਇੱਕ ਬੱਚਿਆਂ ਦੇ ਲਈ ਇਹਦੇ ਵਿੱਚ ਇਹ ਵੀ ਹੈਗਾ ਕਿ ਬਹੁਤ ਜ਼ਿਆਦਾ ਪੈਸਾ ਵੀ ਇਹਦੇ ਵਿੱਚ ਦੇਖਣ ਦੇ ਵਿੱਚ ਆਉਂਦਾ ਕਿ ਇਨਵੋਲਵ ਹੁੰਦਾ। ਤੇ ਇੱਕ ਸਹੀ ਵਰਕ ਪਰਮਿਟ ਲੈਣ ਦੇ ਕੀ ਤਰੀਕਾ ਜਿਹਦੇ ਨਾਲ ਕਿ ਇੱਕ ਬੱਚੇ ਨੂੰ PR ਉਹਦੀ ਲੌਂਗ ਟਰਮ ਲੱਗੇ ਸੈਟਲਮੈਂਟ ਦੀ ਗੱਲ ਕਰੀਏ ਕਿ ਉਹ PR ਤੱਕ ਜਾ ਸਕੇ, ਕਿ ਸਟੂਡੈਂਟ ਤੋਂ ਬਾਅਦ ਦੀ ਗੱਲ ਅਗਰ ਆਪਾਂ ਗੱਲ ਕਰੀਏ। बिल्कुल, अगर आप स्टूडेंट हो तो ऑब्वियसली बात है कि 1 साल 2 साल 3 साल जो भी आप स्टडी कर रहे हो वो आपने करनी है और उसके बाद PGWP के लिए क्वालिफाई हो जाओगे। एक चीज़ ध्यान रखने वाली बात है कि PGWP वंस इन अ लाइफ टाइम स्टूडेंट को मिलता है, वंस इन अ लाइफ टाइम जी। सो दैट मीन्स लाइक एक बार आपने PGWP ले लिया और आपने अपना PR के जो मिस कर गए किसी वजह से, कोई भी कैटेगरी मिस कर गए, तो फिर आपको दोबारा पढ़ाई करने के बाद PGWP नहीं मिलेगा। नंबर 1 जी, ये ध्यान रखने वाली बात है। ਮਤਲਬ ਜਿਵੇਂ ਇੱਕ ਬੱਚੇ ਨੇ +2 ਜਾਂ ਗ੍ਰੈਜੂਏਸ਼ਨ ਕੀਤੀ, ਉਸ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਲੈ ਲਿਆ, ਉਸ ਤੋਂ ਬਾਅਦ ਫਿਰ ਉਹਨੇ ਸਟੱਡੀ ਕੀਤੀ ਤਾਂ ਫਿਰ ਉਹਨੂੰ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਮਿਲੇਗਾ। ਬਿਲਕੁਲ, ਇੱਕ ਹੀ ਵਾਰ ਮਿਲੇਗਾ, ਇੱਕ ਹੀ ਵਾਰ ਮਿਲੇਗਾ। ਓਕੇ ਜੀ। ਨੈਕਸਟ ਜਿਹੜਾ ਤੁਸੀਂ ਕਹਿ ਰਹੇ ਸੀ, ਅੱਛਾ ਉਸ ਤੋਂ ਬਾਅਦ ਉਹਦੇ ਵਿੱਚ ਹਾਂ ਉਸ ਤੋਂ ਬਾਅਦ ਜੀ। तो PGWP जो है उसको आपने बड़े अच्छे से यूज़ करना है क्योंकि वो आपको वंस इन ए लाइफ टाइम अपॉर्चुनिटी मिली है और आपको उसमें ध्यान रखना है कि भाई किस तरह से आप क्वालिफाई करोगे। अब अगर आप आफ्टर 12th आए हो तो ओनली वे इज PNP, किसी भी PNP इज लाइक जितने भी प्रोविंस हैं वहाँ प्रोविंशियल नॉमिनी प्रोग्राम चल रहे हैं जिसमें जहाँ से भी आप पढ़ाई कर रहे हो उसी प्रोविंस से आपने फाइल लगानी है। इस समय पहले ओपन थी सारी की सारी प्रोविंसेस, लेकिन अभी ऐसा नहीं है। जिस भी प्रोविंस से पढ़ाई कर रही हैं उसी प्रोविंस से PNP लगानी है अगर आप 12th के बाद आए हो। लेकिन अगर ग्रेजुएशन के बाद आए हो और कुछ एक्सपीरियंस भी रहा है और यहाँ पे आपने 1 साल की पढ़ाई कर ली है, 1 साल का वर्क परमिट ले लिया है, फिर ऑब्वियस और साथ में अगर आपके IELTS में 777-8 आ जाते हैं तो नथिंग लाइक इट, फिर आपको कोई बीट नहीं कर सकता। आप एक्सप्रेस में भी हो जाओगे, CEC में भी हो जाओगे, बाकी सारी में भी क्वालिफाई कर जाओगे ਜੀ। ਤੇ ਇਹਦੇ ਲਈ ਜੋ ਦੋਸਤੋ ਕਿਉਂਕਿ ਆਇਲਸ ਕੀ ਸਰ ਇਹ ਜ਼ਰੂਰੀ ਹੈ ਕਿ ਹਰ ਇੱਕ ਸਟੂਡੈਂਟ ਹੈ ਜਿੱਦਾਂ ਉੱਥੇ ਕਿਤੇ ਨਾ ਕਿਤੇ ਮਿਹਨਤ ਕਰਕੇ ਲੋਕ 5.5 6 ਬੈਂਡ ਲੈ ਕੇ ਇੱਥੇ ਸਟੂਡੈਂਟ ਵੀਜ਼ਾ ਤੇ ਆ ਜਾਂਦੇ ਨੇ, ਜਦੋਂ ਉਹਨਾਂ ਨੇ ਜਾਂ PNP ਦੇ ਅੰਡਰ ਅਪਲਾਈ ਕਰਨਾ, ਐਕਸਪ੍ਰੈਸ ਐਂਟਰੀ ਦੇ ਲਈ ਤਾਂ ਨੈਚੁਰਲ ਹੈ ਕਿ 777-8 ਦੀ ਰਿਕੁਆਇਰਮੈਂਟ ਹੈਗੀ ਹੈ, ਉਹਨਾਂ ਨੇ PNP ਦੇ ਅੰਡਰ ਅਪਲਾਈ ਕਰਨਾ, ਅਲੱਗ-ਅਲੱਗ ਪ੍ਰੋਵਿੰਸ ਦੀ ਨੋਮੀਨੇਸ਼ਨ ਹੈਗੀ ਹੈ, ਉੱਥੇ ਉਹਨਾਂ ਨੂੰ ਮਿਨੀਮਮ ਜਿਹੜੀ ਹੈਗੀ ਆਇਲਸ ਦੁਬਾਰੇ ਦੇਣੀ ਪੈਂਦੀ ਹੈ ਜਾਂ ਜਿਹੜੀ ਉਹ ਪੁਰਾਣੀ ਹੁੰਦੀ ਹੈ ਉਹ ਵੈਲਿਡ ਹੁੰਦੀ ਹੈ। देखिए ऐसा है, IELTS स्कोर जो है उसकी जो वैलिडिटी है वो 2 साल होती है, चाहे वो जनरल है चाहे वो एकेडमिक है। एक बात और देखने को मिलती है कि जब आप स्टूडेंट आते हो तो आप IELTS एकेडमिक दे के आते हो, लेकिन जब आप PR के लिए करते हो तो वहाँ जो आपकी रिक्वायरमेंट है दैट इज जनरल। ਤਾਂ ਉਹਦੀ ਬੇਸਿਕ ਮਿਨੀਮਮ ਕਿੰਨੀ ਕੁ ਰਿਕੁਆਇਰਮੈਂਟ ਜਿਹੜੀ ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ प्रोविंस ਦੇ ਵਿੱਚ ਬੱਚਾ एलिजिबल हो जाए। बिल्कुल, इसमें क्या रहता है सर, अगर आप ANP लगाते हैं लेट्स जहाँ के मतलब हम लोग काम ज़्यादा करते हैं तो उसमें अगर आप CLB 5 लेके आते हो, CLB
एक डिफरेंट मापदंड है, यानी कि आइल्स में आपको बैंड मिलता है, लेकिन अगर CLB 5 है तो आप मान के चलें कि सब 5 सब में ले जाते हो, सारे रीडिंग, राइटिंग, लिसनिंग एंड स्पीकिंग में ले जाते हो, इट्स ऑल गुड। तो वो आपको PNP के लिए क्वालिफाई कर जाएगा। लेकिन एट द सेम टाइम जब आप स्टूडेंट आते हो तो एक कंफर्टेबल स्कोर 6.5 बैंड माना जाता है, अगर एंड नो बैंड लेस देन 6। लेकिन कुछ कॉलेजेस ऐसे भी हैं जो 5.5 अगर आपका किसी एक मॉड्यूल में है और ओवरऑल 6 है तो भी वो एडमिशन दे देते हैं, लेकिन उनके रिफ्यूजल के चांसेस काफ़ी होते हैं। जब वो स्टूडेंट अप्लाई करते हैं तो उनके रिफ्यूजल के चांसेस काफ़ी हो जाते हैं, क्योंकि वीज़ा ऑफिसर जो जिसने स्टूडेंट वीज़ा देना है वो इस चीज़ को चेक करेगा कि भाई ये जो है मार्जिन पे स्टूडेंट है जी। तो अगर 6.5 बैंड से ऊपर है आइल्स में और साथ में आपके 60% से ऊपर मार्क्स हैं तो डेफिनेट आपको स्टूडेंट वीज़ा मिल जाता है। लेकिन वीज़ा तो मिल गया क्योंकि वो आ चुके हैं यहाँ पर जी। लेकिन लेने के बाद जो आपको मेन ध्यान रखना है वो इंग्लिश का जरूर ध्यान रखना है, क्योंकि 2 साल से ज़्यादा पुराना नहीं होना चाहिए, और फिर आपका जो एक्सपीरियंस है वो भी बहुत इंपॉर्टेंट है। नॉक OAB के अंदर आप एक्सपीरियंस लेते हो तो आपके लिए ज़्यादा बेनिफिशियल है, क्योंकि फिर आपके जो सारी कैटेगरीज खुल जाती हैं जी। कुछ ही प्रोविंस हैं जो नॉक CND में काम करती हैं। अब आप सोच रहे होंगे ये नॉक OAB और CD क्या है जी। तो जो जितनी भी टेक्निकल, प्रोफेशनल एंड मैनेजरियल जॉब्स हैं वो होती हैं OAB जी, ठीक है। और जितनी भी जॉब्स होती हैं CND वो होती हैं आपकी लेबर की हो गई, ड्राइवर हो गए, फूड काउंटर अटेंडेंट्स हो गए जी, वो सारी उसके अंदर आ जाती हैं नॉक CND के अंदर जी। कुछ ही प्रोविंस हैं जिसमें नॉक CND के अंदर आपको नॉमिनेशन कर सकते हो, जैसे अल्बर्टा के अंदर और मैनिटोबा के अंदर अभी भी नॉक CND के अंदर वो लोग नॉमिनेशन डाल सकते हैं। बाकी प्रोविंस में तो नॉक OAB होना जरूरी है ਜੀ। ਬਹੁਤ ਬਹੁਤ ਤੁਹਾਡਾ ਥੈਂਕਸ ਰਾਜੀਵ ਜੀ, ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਦਿੱਤਾ। ਤਾਂ ਦੋਸਤੋ ਤੁਸੀਂ ਰਾਜੀਵ ਜੀ ਦੇ ਨਾਲ ਕੰਟੈਕਟ ਜਿਹੜਾ ਹੈਗਾ, ਕਿਉਂਕਿ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਹੋ ਸਾਈ ਕੈਨੇਡਾ ਇਮੀਗ੍ਰੇਸ਼ਨ, ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਇਹਨਾਂ ਨੂੰ ਟਾਈਮ ਟੂ ਟਾਈਮ ਇਸ ਪਲੇਟਫਾਰਮ ਦੇ ਰਾਹੀਂ ਬੁਲਾ ਕੇ ਤੁਹਾਡੇ ਰੂਬਰੂ ਕਰਦੇ ਰਹੀਏ। ਤੁਹਾਡੇ ਜਿੰਨੇ ਵੀ ਸਵਾਲ ਨੇ ਤੁਸੀਂ ਸਾਨੂੰ ਭੇਜੋ। ਅਸੀਂ ਆਉਣ ਵਾਲੇ ਐਪੀਸੋਡਸ ਦੇ ਵਿੱਚ ਅਸੀਂ ਲਾਈਵ ਕਾਲਸ ਦੀ ਵੀ ਅਸੀਂ ਟਰਾਈ ਕਰਾਂਗੇ ਕਿ ਲਾਈਵ ਕਾਲਸ ਦੇ ਰਾਹੀਂ ਤੁਹਾਨੂੰ ਅਸੀਂ ਰਾਜੀਵ ਜੀ ਦੇ ਨਾਲ ਜਾਣਕਾਰੀ ਲੈ ਸਕੀਏ। ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੇ ਬਾਰੇ ਵਿੱਚ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਨਾਮ ਨਾ ਭੁੱਲਿਓ, ਸਾਈ ਕੈਨੇਡਾ ਇਮੀਗ੍ਰੇਸ਼ਨ। ਇਹਨਾਂ ਦਾ ਜਿਹੜਾ ਹੈਗਾ ਡਿਟੇਲ, ਆਫਿਸ ਐਡਰੈਸ, ਸਾਰਾ ਕੁਝ ਅਸੀਂ ਨੀਚੇ ਸਕਰੋਲ ਦੇ ਨੀਚੇ ਚੱਲ ਰਿਹਾ, ਤੁਸੀਂ ਇਹਨਾਂ ਦੇ ਨਾਲ ਜਾਣਕਾਰੀ ਲੈ ਸਕਦੇ ਹੋ। ਅਗਲੇ ਐਪੀਸੋਡ ਦੇ ਵਿੱਚ ਕਿੱਦਾਂ ਦੇ ਸਵਾਲ ਪੁੱਛੇ ਜਾਣ, ਕਿਸ ਵੀਜ਼ਾ ਦੇ ਉੱਤੇ ਜਾਣਕਾਰੀ ਲਈ ਜਾਵੇ, ਜ਼ਰੂਰ ਸਾਨੂੰ ਇਹ ਵੀ ਲਿਖਣਾ ਨਾ ਭੁੱਲਿਓ, ਨੀਚੇ ਜ਼ਰੂਰ ਕਮੈਂਟ ਕਰਿਓ ਕਿ ਤੁਹਾਨੂੰ ਇਹਦੇ ਵਿੱਚ ਚਾਹੀਦਾ ਕਿੱਦਾਂ ਦੇ ਸਵਾਲ, ਕਿਹੜੇ ਵੀਜ਼ਾ ਦੇ ਵਿੱਚ ਬਾਰੇ ਵਿੱਚ ਸਵਾਲ ਪੁੱਛਣਾ ਚਾਹੁੰਦੇ ਹੋ। ਤਾਂ ਸਾਡੇ ਸ਼ੋਜ਼ ਨੂੰ ਤੁਸੀਂ ਇਸੇ ਤਰ੍ਹਾਂ ਲਾਈਕ ਕਰਦੇ ਰਹੋ, ਸਾਨੂੰ ਪਿਆਰ ਦਿੰਦੇ ਰਹੋ। ਸਾਨੂੰ ਇਹ ਸਾਰੇ ਸ਼ੋਜ਼ ਸਿਰਫ ਤੁਹਾਡੇ ਕਰਕੇ ਹੈ। ਤੁਸੀਂ ਸਾਨੂੰ, ਅਸੀਂ ਹੌਲੀ ਹੌਲੀ ਅਗਲੇ ਐਪੀਸੋਡਸ ਦੇ ਵਿੱਚ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਵੀ ਇਸ ਪਲੇਟਫਾਰਮ ਦੇ ਉੱਤੇ ਬੁਲਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਅੱਜ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ, ਹੋਰ ਐਪੀਸੋਡਸ ਦੇ ਨਾਲ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਵਾਂਗਾ। ਹੁਣ ਆਪਣੇ ਹਨੀ ਵਾਲੇ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਬਾਏ ਬਾਏ।